ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਆਫਿਸ ਮੈਨੇਜਰ ਦਾ ਚੈਪਟਰ ਕਰ ਰਹੇ ਸੀ ਐਂਡ ਉਹਦੇ ਵਿੱਚ ਆਪਾਂ ਹੁਣ ਨੈਕਸਟ ਟੋਪਿਕ ਆ ਦੈਟ ਇਜ਼ ਇੰਪੋਰਟੈਂਸ ਆਫ ਮੈਨੇਜਰ। ਇੰਪੋਰਟੈਂਸ ਕੀ ਲੋੜ ਪਈ ਮੈਨੇਜਰ ਨੂੰ ਹਾਇਰ ਕਰਨ ਦੀ। ਸੋ ਇੰਪੋਰਟੈਂਸ ਕੀ ਹੀ ਇਜ਼ ਗਾਈਡ ਐਂਡ ਹੈਲਪ ਸਬੋਰਡੀਨੇਟਸ ਇਨ ਦਾ ਪਰਫੋਰਮੈਂਸ ਆਫ ਦਿਅਰ ਵਰਕ। ਕਹਿੰਦੇ ਆ ਕਿ ਇੱਕ ਮੈਨੇਜਰ ਹੀ ਉਹ ਗਾਈਡ ਕਰਦਾ ਵਰਕਰਸ ਨੂੰ ਕਿ ਕਿਹੜਾ ਕੰਮ ਕਿੱਦਾਂ ਕਰਨਾ। ਐਜ਼ ਆਫਿਸ ਮੈਨੇਜਰ ਹੀ ਇਜ਼ ਦਾ ਕਨੈਕਟਿੰਗ ਲਿੰਕ ਬਿਟਵੀਨ ਐਜ਼ ਆਫਿਸ ਮੈਨੇਜਰ ਇਜ਼ ਦਾ ਕਨੈਕਟਿੰਗ ਲਿੰਕ ਬਿਟਵੀਨ ਟੌਪ ਮੈਨੇਜਮੈਂਟ ਐਂਡ ਦਾ ਸਬੋਰਡੀਨੇਟਸ। ਓਬਵੀਅਸਲੀ ਉਹ ਲਿੰਕ ਆ ਜਿਹੜੀ ਉੱਪਰ ਦੀ ਵਰਕਰਸ ਦੀ ਗੱਲ ਉਹ ਕਿੰਨੇ ਦੱਸਣੀ ਜਾ ਕੇ ਟੌਪ ਮੈਨੇਜਮੈਂਟ ਨੂੰ ਮੈਨੇਜਰ ਨੇ ਐਂਡ ਜਿਹੜੀ ਉੱਪਰ ਦੀ ਗੱਲ ਆ ਇੰਪਲੋਇਜ਼ ਨੂੰ ਕਿਹਨੇ ਦੱਸਣੀ ਆ ਮੈਨੇਜਰ ਨੇ। ਸੋ ਇਹ ਉਹੀ ਲਿੰਕ ਹੈ ਠੀਕ ਆ। and the spur is to ensure that his staff performs the work well। समझ आ गई ना। his role is like a captain of the ship, all responsibility of performing of his work is on him, nobody else can substitute him। ਕਹਿੰਦਾ ਕਿ ਉਹ ਕੈਪਟਨ ਹੈ ਇੱਕ ਸ਼ਿਪ ਦੀ ਤਰ੍ਹਾਂ, ਇੱਕ ਸ਼ਿਪ ਦਾ ਕੈਪਟਨ ਆ ਕਿ ਜਿੱਦਾਂ ਓਬਵੀਅਸਲੀ ਆਫਿਸ ਦਾ ਵੀ ਉਹ ਕੈਪਟਨ ਆ ਕਿ ਜੋ ਸਾਰਾ ਕੰਮ ਕਿੰਨੇ ਕਰਵਾਉਣਾ ਵਾ ਮੈਨੇਜਰ ਨੇ ਹੀ ਕਰਵਾਉਣਾ। he must consider that improvement is never ending process, he should always try to improve methods, procedures, forms etc with the object of simplifying the existing work। ਕਹਿੰਦੇ ਆ ਕਿ ਉਹਨੂੰ ਹਮੇਸ਼ਾ ਉਹਨੂੰ ਇਹ ਲੱਗਣਾ ਚਾਹੀਦਾ ਵਾ ਮੈਨੇਜਰ ਇੱਕ ਉਹੀ ਸਕਸੈਸਫੁਲ ਮੈਨੇਜਰ ਆ ਜਿਹਨੂੰ ਇਹ ਲੱਗਣਾ ਚਾਹੀਦਾ ਕਿ ਇੰਪਰੂਵਮੈਂਟ ਹਮੇਸ਼ਾ ਹੁੰਦੀ ਰਹਿਣੀ ਚਾਹੀਦੀ। ਇੰਪਰੂਵਮੈਂਟ ਕਦੀ ਰੁਕਣੀ ਨਹੀਂ ਚਾਹੀਦੀ। ਇੰਪਰੂਵਮੈਂਟ ਇੱਕ ਕਦੀ ਖਤਮ ਹੋਣ ਵਾਲਾ ਪ੍ਰੋਸੈਸ ਨਹੀਂ ਹੈ ਅਤੇ ਹਮੇਸ਼ਾ ਉਹਨੂੰ ਮੈਥਡਸ ਦੇ ਵਿੱਚ ਇੰਪਰੂਵਮੈਂਟ ਕਰਨੀ ਚਾਹੀਦੀ ਹੈ, ਪ੍ਰੋਸੀਜਰਸ ਦੇ ਤਾਂ ਜੋ ਉਹਦੀ ਔਰਗਨਾਈਜੇਸ਼ਨ ਇੱਕ ਬੈਟਰ ਔਰਗਨਾਈਜੇਸ਼ਨ ਬਣ ਸਕੇ। ਆਫਿਸ ਮੈਨੇਜਰ ਇਜ਼ ਰਿਸਪੋਂਸੀਬਲ ਫॉर ਕੰਪਲਾਈਂਗ ਵੇਰੀਅਸ ਲਾਜ਼, ਰੂਲਸ ਐਂਡ ਲਾਜ਼ ਦੇ ਜਿਹੜੇ ਗਵਰਨਮੈਂਟ ਨੇ ਤਿਆਰ ਕੀਤੇ ਉਹ ਵੀ ਕਿਹਨੂੰ ਪਤਾ ਹੋਣਾ ਚਾਹੀਦਾ ਕਿ ਮੈਨੇਜਰ ਨੂੰ। ਹੀ ਮਸਟ ਸਟੱਡੀ ਆਲ ਦ ਲੇਟੈਸਟ ਡਿਵਲਪਮੈਂਟਸ ਇਨ ਟੈਕਨੋਲੋਜੀ ਐਂਡ ਮੈਥਡੋਲੋਜੀ ਸੋ ਐਜ਼ ਟੂ ਪਰਫਾਰਮ ਦ ਵਰਕ ਐਫੀਸ਼ੀਐਂਟਲੀ ਐਂਡ ਇਕੋਨੋਮਿਕਲੀ। ਕਹਿੰਦੇ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੀਆਂ ਨਵੀਆਂ ਟੈਕਨੀਕਸ ਹੈਗੀਆਂ ਜਿਹਦੇ ਨਾਲ ਆਪਾਂ ਆਪਣੀ ਕੋਸਟ ਘਟਾ ਕੇ ਵੱਧ ਤੋਂ ਵੱਧ ਕੰਮ ਕਰਵਾ ਸਕਦੇ ਹਾਂ ਠੀਕ ਹੈ। ਹੀ ਇਜ਼ ਟੂ ਪ੍ਰੋਵਾਈਡ ਐਨੀ ਇਨਫੋਰਮੇਸ਼ਨ ਟੂ ਜਨਰਲ ਪਬਲਿਕ, ਅਟੈਂਡ ਇਨਕੁਆਇਰੀਜ਼ ਫਰਮ ਕਸਟਮਰਸ ਐਂਡ ਕ੍ਰੈਡੀਟਰਸ, ਸੋਲਵ ਪ੍ਰੋਬਲਮਸ ਆਫ ਇੰਪਲੋਇਜ਼ ਇਨ ਰਿਸਪੈਕਟ ਆਫ ਦੇਅਰ ਵਰਕ। ਕਹਿੰਦਾ ਉਹਨੇ ਸਾਰੀ ਇਨਫੋਰਮੇਸ਼ਨ ਕਲੈਕਟ ਕਰਨੀ ਹੁੰਦੀ ਪਬਲਿਕ, ਉਹ ਪਬਲਿਕ ਨੂੰ ਜਿਹੜੀਆਂ ਕੁਐਰੀਜ਼ ਦਾ ਮਤਲਬ ਹੁੰਦਾ ਪਬਲਿਕ ਨੂੰ ਜਿਹੜੀਆਂ ਕੋਈ ਸ਼ੰਕਾਵਾਂ ਵਾ ਕਿ ਪਬਲਿਕ ਨੂੰ ਕੋਈ ਪ੍ਰੋਬਲਮਸ ਨੇ ਉਹ ਸਾਰੀਆਂ ਕਿੰਨੇ ਦੂਰ ਕਰਨੀਆਂ ਵਾ ਆਫਿਸ ਮੈਨੇਜਰ ਨੇ। ਆਫਿਸ ਮੈਨੇਜਰ ਇਜ਼ ਟੂ ਹੈਲਪ ਸਪੋਰਟ ਐਂਡ ਇੰਪਲੀਮੈਂਟ ਪੋਲਿਸੀਜ਼ ਆਫ ਟੌਪ ਮੈਨੇਜਮੈਂਟ। ਹੀ ਮਸਟ ਰਿਪੋਰਟ ਦ ਰਿਜ਼ਲਟਸ, ਪ੍ਰੋਬਲਮਸ ਐਂਡ ਪਰਫੋਰਮੈਂਸ ਆਫ ਸਬੋਰਡੀਨੇਟਸ ਅੰਡਰ ਹਿਮ ਟੂ ਟੌਪ ਮੈਨੇਜਮੈਂਟ ਵਿਦਾਊਟ ਡਿਲੇ। ਕਹਿੰਦਾ ਆਫਿਸ ਮੈਨੇਜਰ ਨੇ ਹੀ ਜੋ ਟੌਪ ਮੈਨੇਜਮੈਂਟ ਦੀਆਂ ਸਾਰੀਆਂ ਪੋਲਿਸੀਆਂ ਕਿਹਨੂੰ ਦੱਸਣੀਆਂ ਹੁੰਦੀਆਂ, ਇੰਪਲੋਇਜ਼ ਨੂੰ ਦੱਸਣੀਆਂ ਹੁੰਦੀਆਂ। ਐਂਡ ਦੂਜੀ ਗੱਲ ਇਹ ਆ ਕਿ ਆਫਿਸ ਮੈਨੇਜਰ ਨੇ ਹੀ ਸਾਰਾ ਕੁਝ ਦੱਸਣਾ ਹੁੰਦਾ ਕਿ ਜਿਹੜੀਆਂ ਇੰਪਲੋਇਜ਼ ਨੂੰ ਕਿਹੜੀਆਂ ਪ੍ਰੋਬਲਮ ਆਉਂਦੀਆਂ ਵਾ ਕਿਹਨੂੰ ਦੱਸਣੀਆਂ ਹੁੰਦੀਆਂ, ਟੌਪ ਮੈਨੇਜਮੈਂਟ ਨੂੰ ਠੀਕ ਹੈ। ਆਫਿਸ ਮੈਨੇਜਰ ਇਜ਼ ਟੂ ਹੈਲਪ ਸਪੋਰਟ ਐਂਡ ਇੰਪਲੀਮੈਂਟ ਪੋਲਿਸੀਜ਼ ਇਹ ਹੋ ਗਿਆ ਬੱਚੇ। his role is like a doctor or physician। as a doctor must be aware of all the system in human body, so the office manager must have knowledge of all the systems, filing, purchase, sales etc in the office। ਕਹਿੰਦਾ ਇੱਕ ਪਹਿਲਾਂ ਤੇ ਉਹ ਕੈਪਟਨ ਆ ਸ਼ਿਪ ਦੀ ਤਰ੍ਹਾਂ, ਦੂਜੀ ਤਰ੍ਹਾਂ ਇੱਕ ਡਾਕਟਰ ਵੀ ਆ ਕਿ ਡਾਕਟਰ ਨੂੰ ਜਿੱਦਾਂ ਹਿਊਮਨ ਬੋਡੀ ਦੇ ਬਾਰੇ ਸਾਰਾ ਕੁਝ ਪਤਾ ਹੁੰਦਾ, ਮੈਨੇਜਰ ਨੂੰ ਪੂਰੀ ਔਰਗਨਾਈਜੇਸ਼ਨ ਦਾ ਪਤਾ ਹੁੰਦਾ ਵਾ ਕਿ ਕਿਹੜਾ ਕੰਮ ਕਿੱਦਾਂ ਕਰਾਉਣਾ, ਕਿੰਨੇ ਕਰਨਾ ਠੀਕ ਹੈ। And last one is that office manager must provide advice to other departmental managers as and when they require, as office work is performed in all the functional departments, so his role is to facilitate functioning of other departments। ਕਹਿੰਦਾ office manager ਨੇ ਦੂਜੇ departments ਦੇ ਇੱਕ ਮੈਨੇਜਰ ਨੇ ਆ ਕਿ ਦੂਜੇ departments ਦੇ managers ਨੂੰ ਵੀ advice ਕਰ ਸਕਦਾ। ਦੂਜੇ departments ਕਿਹੜੇ ਹੋ ਸਕਦੇ ਆਫਿਸ ਦੇ ਵਿੱਚ, ਮੈਂ ਤੁਹਾਨੂੰ ਬੜੀ ਵਾਰੀ ਸਮਝਾਇਆ, ਫਾਈਨਾਂਸ, ਮਾਰਕੀਟਿੰਗ, ਪਰਚੇਜ਼, ਪ੍ਰੋਡਕਸ਼ਨ, ਉਹਨਾਂ ਨੂੰ ਵੀ ਗਾਈਡ ਕਰ ਸਕਦਾ ਠੀਕ ਹੈ ਜੀ। ਬੱਚੇ ਕੁਆਲਿਟੀਜ਼ ਔਰ ਕੁਆਲੀਫਿਕੇਸ਼ਨ ਆਫ ਐਨ ਆਫਿਸ ਮੈਨੇਜਰ ਇਹ ਤੁਸੀਂ ਆਪਣੇ ਆਪ ਪੜ੍ਹਨੀਆਂ ਕਿਹੜੀਆਂ ਉਹਦੇ ਵਿੱਚ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਇਹ ਮੈਂ ਤੁਹਾਡੇ ਕੋਲੋਂ ਪੁੱਛਣਾ ਵਾ ਕਿ ਤੁਹਾਨੂੰ ਪਤਾ ਚੱਲਿਆ ਕਿ ਨਹੀਂ, ਕਿਉਂਕਿ ਇਹ ਟੌਪਿਕ ਮੈਂ ਨਹੀਂ ਕਰਾਉਣਾ। ਜੇ ਤੁਹਾਨੂੰ ਨਹੀਂ ਸਮਝ ਆਈ ਹੋਗੀ ਤਾਂ ਫਿਰ ਮੈਂ ਕਰਵਾਉਂਗੀ। ਇਹ ਟੌਪਿਕ ਤੁਸੀਂ ਆਪਣੇ ਆਪ ਕਰਨਾ ਵਾ ਠੀਕ ਹੈ। ਦੈਟਸ ਆਲ ਫॉर ਟੁਡੇ ਬੱਚੇ।